ਬਿਲਕੁਲ ਜੀ। ਆਲਰਾਈਟ, ਤੇ ਹੁਣ ਲਾਸਟ ਵਿੱਚ ਮੈਂ ਥੋੜਾ ਧਿਆਨ ਦੇਵਾਂਗਾ, ਜਿਹੜਾ ਰੀਸੈਂਟਲੀ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹਾਟ ਟੌਪਿਕ ਰਿਹਾ ਵਾ, ਉਹ ਰਿਹਾ ਹੈ ਇੰਡੀਆ ਤੋਂ ਜਿਹੜੇ ਸਟ੍ਰੈਂਡਡ ਲੋਕ ਨੇ ਉਹਨਾਂ ਨੂੰ ਬਾਹਰ ਕੱਢਣ ਦਾ, ਔਰ ਉਹਦੇ ਲਈ ਤੁਹਾਡਾ ਕੀ ਓਪੀਨੀਅਨ ਹੈ? ਕੀ ਤੁਸੀਂ ਉਹਦੇ ਬਾਰੇ ਕਹਿਣਾ ਚਾਹੁੰਦੇ ਹੋ ਕਿ ਸਾਡੀ ਗਵਰਨਮੈਂਟ ਇਜ਼ ਡੂਇੰਗ ਇਨਫ ਜਾਂ ਗਵਰਨਮੈਂਟ ਫੇਲਡ? ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ? ਇੱਥੇ ਮੈਂ ਦੇਖ ਰਿਹਾ ਗਰੇਵਾਲ ਸਾਹਿਬ ਜੀ ਕਿ ਬਾਕੀ ਜੇ ਆਪਾਂ ਐਗਜ਼ਾਮਪਲਸ ਦੇਖੀਏ, ਮੈਂ ਇੱਕ ਫੋਲੋ ਕਰ ਰਿਹਾ ਸੀਗਾ ਐਗਜ਼ਾਮਪਲ ਪਰੂ ਦੀ ਐਗਜ਼ਾਮਪਲ ਖਾਸ ਕਰਕੇ, ਉੱਥੇ ਕਮਰਸ਼ੀਅਲ ਫਲਾਈਟਸ ਬੰਦ ਕੀਤੇ ਗਏ ਸੀਗੇ ਤੇ ਬੜਾ ਮੁਸ਼ਕਿਲ ਸੀਗਾ, ਤਾਂ ਸਰਕਾਰ ਨੇ ਆਰਾਮ ਨਾਲ ਛੇਤੀ ਮਿਲਟਰੀ ਬੇਸ ਦੇ ਵਿੱਚੋਂ ਕੈਨੇਡੀਅਨਸ ਨੂੰ ਕੱਢਿਆ ਸੀਗਾ। ਬੜੀ ਵੱਡੀ ਕਦਮ ਚੁੱਕੇ ਉਹਨਾਂ ਨੇ, ਤੇ ਬਹੁਤ ਔਖਾ ਸੀਗਾ ਪਰ ਉਹਨੇ ਕੀਤਾ ਛੇਤੀ। ਤੇ ਉਹ ਰਿਸਪਾਂਸ ਆਪਾਂ ਕੰਪੇਅਰ ਕਰੀਏ, ਜਿਹੜੇ ਹਜ਼ਾਰਾਂ ਦੀ ਗਿਣਤੀ ਚ ਕੈਨੇਡੀਅਨ ਨਿਵਾਸੀ ਇੰਡੀਆ ਚ ਫਸੇ ਨੇ, ਤੇ ਉਹ ਰਿਸਪਾਂਸ ਆਪਾਂ ਦੇਖਿਆ ਤੇ ਮੈਨੂੰ ਬਹੁਤ ਕਮੀਆਂ ਲੱਗਦੀਆਂ। ਮੈਂ ਸਰਕਾਰ ਨੂੰ ਕਿਹਾ ਤੇ ਪ੍ਰਧਾਨ ਮੰਤਰੀ ਚੁੜੂ ਸਾਹਿਬ ਨੂੰ ਵੀ ਕਿਹਾ, ਫੋਨ ਤੇ ਆਪਾਂ ਕੱਲ ਪਰਸੋਂ ਗੱਲ ਕਰ ਰਹੇ ਸੀ, ਤੇ ਉਦੋਂ ਵੀ ਮੈਂ ਦੱਸਿਆ ਸੀ ਕਿ ਰਿਸਪਾਂਸ ਬਹੁਤ ਮਾੜੀ ਹੈ। ਦੇਖੋ, ਇੱਕ ਜਿਹੜਾ ਟਿਕਟ ਆਮ ਤੌਰ ਤੇ $1000 ਦਾ ਹੁੰਦਾ, ਹੁਣ ਤਕਰੀਬਨ $3000 ਦਾ ਆਇਆ। ਬਿਲਕੁਲ ਗਲਤ ਹੈ। ਨਾਲੇ ਪਲੇਨਸ ਵੀ ਮੈਨੂੰ ਲੋਕ ਕਹਿ ਰਹੇ ਨੇ ਕਿ ਭਰੇ ਪਏ ਹੁੰਦੇ ਨੇ, ਉਹਦੇ 'ਚ ਕੋਈ ਫਿਜ਼ੀਕਲ ਡਿਸਟੈਂਸਿੰਗ ਨਹੀਂ ਆ, ਤੇ ਉਹਦੇ 'ਚ ਅੱਧੇ ਫਲਾਈਟ ਭਰੇ ਨਹੀਂ, ਤੇ ਕੋਈ ਕਾਰਨ ਹੋ ਸਕਦਾ ਕਿ ਤਾਂ ਹੀ ਫਿਰ $3000 ਦਾ ਟਿਕਟ ਹੈ, ਪਰ ਕੋਈ ਕਾਰਨ ਨਹੀਂ ਦਿਸ ਰਿਹਾ। ਨਾਲੇ ਮੌਕੇ ਤੇ ਆ ਕੇ ਭਾਵੇਂ ਲੋਕ ਬੰਦ ਦੇ ਵਿੱਚੋਂ ਟਰੈਵਲ ਕਰ ਰਹੇ ਨੇ ਏਅਰਪੋਰਟ ਤੱਕ, ਤੇ ਮੌਕੇ ਤੇ ਉੱਤੇ ਫਿਰ ਫਲਾਈਟ ਕੈਂਸਲ ਹੋ ਜਾਂਦਾ। ਜਿਹੜਾ ਰਿਸਪਾਂਸ ਹੈ ਲੋਕ ਮਹਿਸੂਸ ਕਰ ਰਹੇ ਨੇ ਕਿ ਕੈਨੇਡੀਅਨ ਨਿਵਾਸੀ ਜਿਹੜੇ ਇੰਡੀਆ 'ਚ ਫਸੇ ਨੇ ਉਹ ਇਸ ਵਕਤ ਦੂਜੇ ਕਲਾਸ ਦੇ ਸਿਟੀਜ਼ਨ ਨੇ, ਤੇ ਇਹ ਗੱਲ ਬਹੁਤ ਹੀ ਗਲਤ ਆ। ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਪ੍ਰਾਇਓਰਟੀ ਨਹੀਂ ਰੱਖਿਆ ਜਾ ਰਿਹਾ ਸਰਕਾਰ ਕੋਲ। ਆਪਾਂ G7 ਨੇਸ਼ਨ ਹੈਗੇ ਆ, G7 ਦੇਸ਼ ਹੈ ਜਿਹਦੇ ਕੋਲ ਬਹੁਤ ਸਾਰੇ ਪਾਵਰਸ ਹੈਗੇ, ਬਹੁਤ ਸਾਰੇ ਸਹੂਲਤਾਂ ਨੇ। ਜੇ ਆਪਾਂ ਕੋਈ ਹੋਰ ਛੋਟੇ ਦੇਸ਼ ਸੀ ਤਾਂ ਮੈਂ ਮੰਨ ਸਕਦਾ ਕਿ ਸ਼ਾਇਦ ਔਖਾ ਆ, ਪਰ G7 ਨੇਸ਼ਨ ਦੇ ਕੋਲ ਇੰਨੇ ਸਹੂਲਤ ਹੈਗੇ ਕਿ ਆਪਾਂ ਜਿਹੜੇ ਕੈਨੇਡੀਅਨ ਨਿਵਾਸੀ ਜਿਨ੍ਹਾਂ ਦਾ ਹੱਕ ਹੈ ਕਿ ਆਪਣਾ ਦੇਸ਼ ਵਾਪਸ ਆਉਣ, ਕਿ ਉਹਦੀ ਮਦਦ ਕਰਨੀ ਇੱਕ ਆਮ ਜ਼ਿੰਮੇਵਾਰੀ ਹੈ ਕਿਸੇ ਵੀ ਦੇਸ਼ ਵਾਸਤੇ, ਤੇ ਉਹ ਜ਼ਿੰਮੇਵਾਰੀ ਸਰਕਾਰ ਨਿਭਾ ਸਕਦੀ ਤੇ ਇਸ ਵਕਤ ਨਹੀਂ ਕਰ ਰਹੇ। ਤੁਸੀਂ ਪ੍ਰਾਇਓਰਟੀ ਨੂੰ ਟੱਚ ਕੀਤਾ ਹੈ, ਤੇ ਇੱਕ ਪਾਸੇ ਸਿਟੀਜ਼ਨਸ ਤੇ ਦੂਸਰੇ ਪਾਸੇ PR ਸਾਫ਼ ਕਹਿ ਰਹੇ ਨੇ ਸਾਡੇ ਲਿਬਰਲ ਮੈਂਬਰ ਪਾਰਲੀਮੈਂਟਸ ਕਿ ਅਸੀਂ ਇਸ ਸਮੇਂ PR ਸਾਡੀ ਪ੍ਰਾਇਓਰਟੀ ਤੇ ਨਹੀਂ। ਜਗਮੀਤ ਸਿੰਘ ਜੀ, ਤੁਹਾਨੂੰ ਵੀ ਪਤਾ ਹੈ ਕਿ ਪਿਛਲੀ 2015 ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਇਸ਼ੂ ਬਣਿਆ ਸੀਗਾ ਕਿ ਕੰਜ਼ਰਵੇਟਿਵਸ ਨੇ PR ਨੂੰ ਘੱਟ ਕੈਨੇਡੀਅਨ ਕਰਕੇ ਦੇਖਦੇ ਨੇ ਤੇ ਸਿਟੀਜ਼ਨ ਨੂੰ ਪ੍ਰੋਪਰ ਕੈਨੇਡੀਅਨ ਕਰਕੇ ਦੇਖਦੇ ਨੇ, ਤੇ ਇਹ ਕਮਿਊਨਿਟੀ ਨੂੰ ਡਿਵਾਈਡ ਕਰ ਰਹੇ ਨੇ, ਕੈਨੇਡੀਅਨ ਨੂੰ ਡਿਵਾਈਡ ਕਰ ਰਹੇ ਨੇ, 2 ਟੀਅਰ ਸਿਸਟਮ ਹੈ ਜਿਹੜਾ ਉਹ ਸੈਟਅਪ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਇਸ ਸਮੇਂ ਲਿਬਰਲ ਗਵਰਨਮੈਂਟ ਨੇ ਇਹ ਜਿਹੜਾ ਸੈਟਅਪ ਕਰ ਦਿੱਤਾ ਹੈ ਕਿ PR is not that much Canadian as much as a Canadian citizen is a Canadian? The Canadian is the Canadian is the Canadian ਵਾਲੀ ਡੈਫੀਨੇਸ਼ਨ ਤੋਂ ਆਪ ਹੀ ਮੁਨਕਰ ਹੋ ਗਏ ਲੱਗਦੇ ਨੇ ਮੈਨੂੰ। ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ 'ਚ? ਜੀ ਬਿਲਕੁਲ ਆਪ ਹੀ ਮੁਕਰ ਗਏ। ਨਾਲੇ ਕੈਨੇਡੀਅਨ ਨਿਵਾਸੀ ਜਿਹੜਾ ਇੰਡੀਆ ਤੋਂ ਹੈਗਾ ਉਹਨੂੰ ਘੱਟ ਨਿਵਾਸੀ ਵੀ ਸਮਝਿਆ, ਸੋ ਇੱਥੇ ਵੀ ਦੂਜੇ ਕਲਾਸ ਕਿਸਮ ਦਾ ਸਿਟੀਜ਼ਨ ਬਣਾਇਆ। ਜਿਹੜਾ ਬੰਦਾ ਹੋਰ ਕਿਸੇ ਦੇਸ਼ ਫਸਿਆ ਉਹਨਾਂ ਨੇ ਛੇਤੀ ਕੰਮ ਕੀਤਾ, ਛੇਤੀ ਬੰਦੇ ਨੂੰ ਵਾਪਸ ਲਏ, ਪਰ ਜਿਹੜਾ ਨਿਵਾਸੀ ਜਿਹੜਾ ਵੀ ਇੰਡੀਆ ਦਾ ਜਿਹੜਾ ਉਹਨਾਂ ਨੂੰ ਘੱਟ ਅਹਿਮੀਅਤ ਦਿੱਤੀ ਹੈ। ਤੁਸੀਂ ਪੀਰੂ ਦੀ ਐਗਜ਼ਾਮਪਲ ਦਿੱਤੀ ਹੈ, ਤਾਂ ਪੀਰੂ ਦੀ ਐਗਜ਼ਾਮਪਲ ਨੂੰ ਦੇਖ ਕੇ ਹੀ ਜਗਮੀਤ ਸਿੰਘ ਜੀ ਸਾਡੇ ਚਾਰਟਰ ਫਲਾਈਟਸ ਦਾ ਇਸ਼ੂ ਜਿਹੜਾ ਉੱਠਿਆ ਸੀਗਾ, ਉਹਦੇ ਤੇ ਪਿਛਲੇ 3-4 ਦਿਨ ਤਾਂ ਲਗਾਤਾਰ ਕੁਝ ਲੋਕਾਂ ਨੇ ਇਹ ਰੌਲਾ ਪਾਉਂਦੇ ਰਹੇ ਕਿ ਬਈ ਇੰਡੀਆ ਨੇ ਬੰਦ ਕੀਤੀ ਹੈ ਫਲਾਈਟ, ਇੰਡੀਆ ਨੇ ਸਾਥ ਨਹੀਂ ਦਿੱਤਾ। ਪਰ ਹੁਣ ਤਾਂ ਅੱਜ ਜਿਹੜੀ ਗਲੋਬਲ ਨਿਊਜ਼ ਦੀ ਖਬਰ ਚੱਲ ਰਹੀ ਹੈ, ਕ੍ਰਿਸਟੀਆ ਫਰੀਲੈਂਡ ਨੇ ਵੀ ਇਹ ਕਹਿ ਦਿੱਤਾ ਕਿ ਅਸੀਂ ਆਪਣੇ ਇੰਡੀਆ ਸਥਿਤ ਹਾਈ ਕਮਿਸ਼ਨਰ ਕੋਲੇ ਸਾਡੇ ਪਾਸ ਸਟਾਫ ਨਹੀਂ ਸੀ, ਇਸ ਕਰਕੇ ਸਾਨੂੰ ਜਿਹੜਾ ਇੰਡੀਆ ਦੀ ਜਿਹੜੀ ਚਾਰਟਰ ਫਲਾਈਟਸ ਇੰਡੀਆ ਤੋਂ ਲੈ ਕੇ ਆ ਰਹੇ ਸਨ ਉਸ ਨੂੰ ਰੋਕਣਾ ਪਿਆ। ਇਹਦਾ ਹੋਰ ਕੋਈ ਵਜ੍ਹਾ ਨਹੀਂ ਸੀ, ਨਾ ਹੀ ਇਸ ਕੋਈ ਕਰਪਟ ਪਰਸਨ ਸੀ, ਨਾ ਹੀ ਇਸ ਕੋਈ ਡਰੰਕ ਪਰਸਨ ਸੀ, ਨਾ ਹੀ ਇਸ ਦੇ ਵਿੱਚ ਕੋਈ ਹੋਰ ਪਰਸਨ ਵਲੰਟੀਅਰਸ 'ਚ ਇਨਵੋਲਵ ਸੀਗਾ। ਪਰ ਜਿਹੜੀ ਮੇਨ ਕਾਰਨ ਇਹ ਹੋਇਆ ਕਿ ਕੈਨੇਡੀਅਨ ਹਾਈ ਕਮਿਸ਼ਨਰ ਦਾ ਉੱਥੇ ਸਟਾਫ ਪੂਰਾ ਨਹੀਂ ਸੀ। ਔਰ ਨੈਕਸਟ ਅਨਐਕਸੈਪਟੇਬਲ ਗੱਲ ਹੈ ਕਿ ਦੇਖੋ, ਜੇ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਜੇ ਸਾਡੇ ਕੋਲ ਸਟਾਫ ਹੀ ਨਹੀਂ ਹੈਗਾ ਤੇ ਇਹਦੇ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਫਸੇ ਨੇ। ਇਹ ਮੈਨੂੰ ਨਹੀਂ ਲੱਗਦਾ ਕਿ ਚੱਜ ਦੀ ਜਵਾਬ ਆ। ਹੋਣਾ ਚਾਹੀਦਾ ਕਿ ਇਹਨੂੰ ਪ੍ਰਾਇਓਰਟੀ ਰੱਖਣਾ ਤੇ ਉੱਥੇ ਪੂਰੀ ਸਟਾਫਿੰਗ ਹੋਣੀ ਚਾਹੀਦੀ ਤੇ ਲੋਕ ਨੂੰ ਵਾਪਸ ਮੁੜਨਾ ਚਾਹੀਦਾ। Can you raise this question with the Prime Minister, with the PMO office that ਈਵਨ ਆਪਾਂ ਜਦੋਂ ਦੇਖਦੇ ਹਾਂ ਪਿਛਲੀ ਵਾਰੀ ਅੱਜ ਤੋਂ 15-20 ਸਾਲ ਪਹਿਲਾਂ ਲਬਨਾਨ 'ਚੋਂ ਬੰਦੇ ਕੱਢੇ ਸੀਗੇ, ਉਦੋਂ ਇਹਨਾਂ ਨੇ ਲਗਾਤਾਰ ਉੱਥੇ ਸਟਾਫ ਦੇ ਵਿੱਚ ਆਪਣਾ ਵਾਧਾ ਕਰ ਦਿੱਤਾ ਸੀਗਾ। ਹੁਣ ਜਿਹੜਾ ਉੱਥੇ ਕੈਨੇਡਾ 'ਚ ਹਾਈ ਕਮਿਸ਼ਨਰ ਦਾ ਆਫਿਸ ਆ, ਦੁਨੀਆ ਇੰਨੀ ਬਦਲ ਚੁੱਕੀ ਹੈ, ਇੰਨੀ IT ਟੈਕਨੋਲੋਜੀ ਆ ਚੁੱਕੀ ਹੈ, ਇੱਥੇ ਬੈਠਾ
ਜਿਹੜੇ ਸਟਾਫ ਹੈ ਉਹ ਉੱਥੇ ਉਹਨਾਂ ਦੀ ਹੈਲਪ ਕਰ ਸਕਦਾ ਸਾਰੇ ਕੰਮ ਨੂੰ ਪ੍ਰੋਸੈਸ ਕਰਨ ਦੇ ਲਈ। ਸੋ ਇਟਸ ਨੋ ਡਿਫਰੈਂਸ ਕੋਈ ਪੰਜਾਬ ਤੋਂ ਦਿੱਲੀ ਬੈਠਾ ਜਾਂ ਦਿੱਲੀ ਤੋਂ ਕੋਈ ਕੈਨੇਡਾ ਬੈਠਾ ਆ। ਕੈਨ ਯੂ ਰੇਜ਼ ਦਿਸ ਕੁਐਸਚਨ ਵਿਦ ਦ PMO ਆਫਿਸ ਜਾਂ ਵਿਦ ਦ ਪ੍ਰਾਈਮ ਮਿਨਿਸਟਰ ਦੈਟ ਲੈਟਸ put more people into the Canadian High Commissioners in India? बिल्कुल मैं रेज किया सीगा इन जनरल ये जरा सवाल की रिस्पांस अच्छी नहीं रही कि रिस्पांस गलत है ते घट है ਉਹ मैं इशू परसों ਦੀ ਗੱਲ ਹੈ मैं प्रधानमंत्री ਦੇ ਨਾਲ ਰੇਜ਼ ਕੀਤਾ ਸੀਗਾ ਤੇ ਇਹ ਵੀ ਆਪਾਂ ਰੇਜ਼ ਕਰ ਸਕਦੇ ਕਿ ਸਟਾਫਿੰਗ ਦੀ ਇਸ਼ੂ ਇਹ ਕੋਈ ਚੱਜ ਦਾ ਬਹਾਨਾ ਨਹੀਂ ਹੈਗਾ। ਆਪਾਂ ਮਾਡਰਨ ਦੁਨੀਆ 'ਚ ਰਹਿੰਦੇ ਹਾਂ ਜਿਹਦੇ 'ਚ ਆਪਾਂ ਵੀਡੀਓ ਕਾਨਫਰੰਸਿੰਗ ਤੇ ਬਹੁਤ ਕੰਮ ਕਰ ਸਕਦੇ ਹਾਂ ਤੇ ਇਹਦੇ 'ਚ ਕਦੇ ਨਹੀਂ ਹੋਣਾ ਚਾਹੀਦਾ ਕਿ ਕੋਈ ਸਟਾਫਿੰਗ ਦੀ ਗੱਲ ਕਰਕੇ ਕਿ ਲੋਕ ਕਿਸੇ ਦੇਸ਼ ਦੇ ਵਿੱਚ ਫਸੇ ਹੋਣ। ਹੁਣ ਤੀਸਰਾ ਕੁਐਸਚਨ, ਟਿਕਟ ਤਾਂ ਤੁਸੀਂ ਕੀਤੀ ਹੈ ਗੱਲ ਕਿ ਟਿਕਟ ਕਾਫੀ ਮਹਿੰਗੀ ਆ। ਹੁਣ ਜਦੋਂ ਸਾਡੇ ਇੱਥੇ ਏਅਰਪੋਰਟਸ ਦੇ ਸਾਰੇ ਟੈਕਸ ਉਹਨਾਂ ਨੇ ਮਾਫ ਕਰ ਦਿੱਤੇ, ਆਲਮੋਸਟ $130 ਮਿਲੀਅਨ ਗ੍ਰੇਟਰ ਟੋਰਾਂਟੋ ਅਥਾਰਟੀ ਦੀ ਜੇ ਗੱਲ ਕਰੀਏ ਇਸ ਏਅਰਪੋਰਟ ਦੇ, ਸੋ ਜੇਕਰ ਅਸੀਂ ਟੈਕਸ ਵੀ ਮਾਫ ਕਰਤੇ, ਅਸੀਂ ਜਿੰਨੇ ਸਾਡੇ ਏਅਰ ਫਲਾਈਟਸ ਦੇ ਇੰਪਲਾਈ ਨੇ ਉਹਨਾਂ ਨੂੰ ਜਿਹੜੀਆਂ ਸਾਡੀਆਂ ਆਪਣੀਆਂ ਕੈਨੇਡੀਅਨ ਏਅਰ ਫਲਾਈਟਸ ਨੇ 75% ਅਸੀਂ ਉਹਨਾਂ ਨੂੰ ਸਾਰਾ ਬੇਚ ਅਸੀਂ ਦੇ ਰਹੇ ਹਾਂ ਆਪਣੇ ਕੋਲੋਂ, ਟੈਕਸ ਪੇਅਰ ਦਾ ਪੈਸਾ ਉਹਨਾਂ ਨੂੰ ਦਿੱਤਾ ਜਾ ਰਿਹਾ ਆ, ਤੇ ਫਿਰ ਵੀ ਜਿਹੜਾ ਟੈਕਸ ਦੀ ਪ੍ਰਾਈਸ ਵਧਾਉਣ ਦਾ ਕੀ ਫਾਇਦਾ? ਉਹਨਾਂ ਦੀ GST ਮਾਫ ਕੀਤੀ ਜਾ ਸਕਦੀ ਹੈ ਟਿਕਟ ਦੇ ਉੱਤੇ, ਉਹਨਾਂ ਦੇ ਜਿਹੜਾ ਏਅਰਪੋਰਟ ਦੇ ਉਤਰਨਾ ਉਹਦਾ ਟੈਕਸ ਆਲਰੇਡੀ ਮਾਫ ਕੀਤਾ ਹੋਇਆ, ਏਅਰਪੋਰਟ ਤੋਂ ਛੋਟ ਲਈ ਜਾ ਸਕਦੀ ਹੈ। ਤੇ ਇਹ ਸਾਰਾ ਕੁਛ ਦੇਣ ਦੇ ਬਾਵਜੂਦ ਵੀ ਵਾਈ ਦ ਪ੍ਰਾਈਸ ਆਫ ਦ ਟਿਕਟ ਇਜ਼ ਸੋ ਹਾਈ? ਬਿਲਕੁਲ ਇਹਦੇ 'ਚ ਕੋਈ ਚੱਜ ਦਾ ਰਿਸਪਾਂਸ ਹੁਣ ਤੱਕ ਮਿਲਿਆ ਨਹੀਂ। ਲਿਬਰਲ ਸਰਕਾਰ ਸਮਝਾ ਨਹੀਂ ਸਕਦੇ ਕਿ ਇੰਨਾ ਮਹਿੰਗਾ ਕਿਉਂ ਹੈ। ਜਦੋਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਆਪਾਂ ਤਾਂ G7 ਨੇਸ਼ਨ ਹੈਗੇ ਆ, ਜਿੱਦਾਂ ਆਪਾਂ ਕੋਈ ਛੋਟੇ ਮੋਟੇ ਦੇਸ਼ ਨਹੀਂ ਹੈਗਾ, ਆਪਾਂ ਦੁਨੀਆ ਦੇ ਵਿੱਚ ਮੰਨੇ ਪ੍ਰਮੰਨੇ ਦੇਸ਼ ਹੈਗੇ ਆ ਜਿਹਦੇ ਕੋਲ ਪੂਰੀ ਪਾਵਰ ਹੈਗਾ। ਆਪਾਂ ਨੈਸ਼ਨਲ ਸਾਡੇ ਕੋਲ ਏਅਰਲਾਈਨ ਕੈਰੀਅਰ ਹੈਗਾ, ਸਾਡੇ ਕੋਲ ਕਿੰਨੀ ਸਹੂਲਤ ਆ, ਸਾਡੇ ਕੋਲ ਮਿਲੀਟਰੀ ਪਲੇਨਸ ਹੈਗੇ ਜੇ ਰੱਬ ਨਾ ਕਰੇ ਸਾਨੂੰ ਲੋੜ ਹੈ, ਪਰ ਸਾਡੇ ਕੋਲ ਵੱਡੇ ਟਰਾਂਸਪੋਰਟ ਪਲੇਨਸ ਹੈਗੇ, ਬਹੁਤ ਸਾਰੇ ਆਪਸ਼ਨਸ ਹੈਗੇ। ਤੇ ਮੈਂ ਨਹੀਂ ਮੰਨਦਾ ਕਿ ਇਹੋ ਜਿਹਾ ਦੇਸ਼ ਜਿਹੜਾ ਇੰਨਾ ਐਡਵਾਂਸ ਦੇਸ਼ ਹੈਗਾ ਕਿ ਆਪਣੇ ਨਿਵਾਸੀ, ਆਪਣੇ ਕੈਨੇਡੀਅਨਸ, ਆਪਣੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਵੀ ਹੋਵੇ, ਉਸ ਕੈਨੇਡੀਅਨਸ ਨੂੰ ਵਾਪਸ ਨਹੀਂ ਆਪਾਂ ਲੈ ਸਕਦੇ ਹਾਂ। ਮੈਂ ਨਹੀਂ ਮੰਨਦਾ ਕਿ ਇੱਦਾਂ ਹੋਣਾ ਚਾਹੀਦਾ, ਤੇ ਨਾਲੇ ਮੈਂ ਨਹੀਂ ਮੰਨਦਾ ਕਿ ਇੰਨਾ ਮਹਿੰਗਾ ਹੋਣਾ ਚਾਹੀਦਾ। ਆਪਾਂ ਜ਼ਿਆਦਾ ਕੁਛ ਕਰ ਸਕਦੇ ਹਾਂ, ਸਰਕਾਰ ਜ਼ਿਆਦਾ ਕੁਛ ਕਰ ਸਕਦੀ ਹੈ, ਤੇ ਇਸ ਵਕਤ ਬੜਾ ਸਾਫ਼ ਦਿਸਦਾ ਕਿ ਜਿਹੜੇ ਨਿਵਾਸੀ ਇੰਡੀਆ 'ਚ ਨੇ ਉਹ ਪ੍ਰਾਇਓਰਟੀ ਨਹੀਂ ਹੈਗੇ। ਮਾਈ ਲਾਸਟ ਕੁਐਸਚਨ ਟੂ ਯੂ ਕਿ ਸਿਰਫ 15 ਫਲਾਈਟਸ ਦੀ ਹੁਣ ਅਨਾਊਂਸਮੈਂਟ ਹੋਈ ਹੈ ਕਿ 15 ਫਲਾਈਟ ਜਾਣੀਆਂ ਨੇ, ਪਰ ਬਾਕਾਲ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਕਿ 28,000 ਦੇ ਕਰੀਬ ਆਲਰੇਡੀ ਸਿਟੀਜ਼ਨ ਨੇ ਜਿਹੜੇ ਉਹ ਹਾਈ ਕਮਿਸ਼ਨਰ ਦੇ ਨਾਲ ਰਜਿਸਟਰਡ ਨੇ, ਤੇ PR ਤਾਂ ਦੂਰ ਦੀ ਗੱਲ। ਸੋ ਜਿਹੜੇ 15 ਨੇ ਦੇ ਵੋਂਟ ਬ੍ਰਿੰਗ ਮੈਨੀ, ਠੀਕ ਹੈ, ਬਾਕੀ ਜਿਹੜੇ ਬਚ ਜਾਣਗੇ ਉਹਦੇ ਲਈ ਹਲੇ ਕੋਈ ਕੋਸ਼ਿਸ਼ ਹੋ ਰਹੀ ਹੈ ਜਾਂ ਫਿਰ ਉਦੋਂ ਬਾਅਦ 'ਚ ਜਦੋਂ ਰੌਲਾ ਰੱਪਾ ਪਊਗਾ ਉਦੋਂ ਪਲੈਨਿੰਗ ਕਰਨਗੇ ਇਹ ਵੀ ਹੁਣ ਜਿਹੜੇ ਬਾਕੀ ਅਸੀਂ ਉਹਨਾਂ ਨੂੰ ਵੀ ਕੱਢਣਾ ਹੈ? ਦੁੱਖ ਦੀ ਗੱਲ ਲੱਗਦੀ ਹੈ ਕਿ ਸਾਫ਼ ਦਿਸਦਾ ਕਿ ਪ੍ਰਾਇਓਰਟੀ ਹੈ ਨਹੀਂ, ਤੇ ਹੁਣ ਤੱਕ ਕੋਈ ਇਹੋ ਜਿਹਾ ਵਧੀਆ ਪਲਾਨ ਨਹੀਂ ਹੈਗਾ ਕਿ ਕੈਨੇਡੀਅਨਸ ਨੂੰ ਇੰਡੀਆ ਤੋਂ ਕੱਢਣਾ, ਵਾਪਸ ਕੈਨੇਡਾ ਲੈ ਕੇ ਆਉਣ ਵਾਸਤੇ। ਤੇ ਤੁਸੀਂ ਬਿਲਕੁਲ ਸਹੀ ਹੋ ਗਰੇਵਾਲ ਸਾਹਿਬ ਕਿ ਗਿਣਤੀ ਦੇ ਹਿਸਾਬ ਨਾਲ ਸਾਨੂੰ ਐਸਟੀਮੇਟ ਮਿਲ ਰਿਹਾ, ਕਿਉਂਕਿ ਜੇ ਆਪਾਂ PR ਵੀ ਇੰਕਲੂਡ ਕਰੀਏ 20,000 ਤੋਂ ਲੈ ਕੇ 40,000 ਤੋਂ ਵੱਧ ਵੀ ਹੋ ਸਕਦਾ ਉੱਥੇ ਫਸੇ, ਤੇ ਉਹਦੇ 'ਚ ਬਜ਼ੁਰਗ ਵੀ ਹੋ ਸਕਦੇ। ਸਾਨੂੰ ਪਤਾ ਸਾਰਿਆਂ ਨੂੰ ਕਿ ਜਿਨ੍ਹਾਂ ਦੀ ਦਵਾਈਆਂ ਮੁੱਕ ਗਈਆਂ, ਬੜੇ ਔਖੇ ਸਮੇਂ 'ਚ ਹੋਣਗੇ, ਤੇ ਰਿਸਪਾਂਸ ਬਿਲਕੁਲ ਹੀ ਗਲਤ ਰਿਹਾ, ਬਹੁਤ ਹੀ ਘੱਟ ਰਿਸਪਾਂਸ ਰਿਹਾ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਰੌਲਾ ਪਾ ਕੇ ਹੀ ਕੁਛ ਇਨਸਾਫ ਮਿਲੂਗਾ। ਆਪਾਂ ਲੋਕਾਂ ਦੇ ਵਾਸਤੇ ਆਵਾਜ਼ ਉਠਾਵਾਂਗੇ ਕਿ ਇਹ ਗਲਤ ਹੋ ਰਿਹਾ, ਤੇ ਇਹਦੇ 'ਚ ਰਿਸਪਾਂਸ ਚੇਂਜ ਹੋਣੀ ਚਾਹੀਦੀ ਹੈ, ਪ੍ਰਾਇਓਰਟੀ ਰੱਖਣੀ ਚਾਹੀਦੀ ਹੈ, ਤੇ ਆਸ ਕਰਦੇ ਹਾਂ ਕਿ ਸਾਰਿਆਂ ਦੇ ਨਾਲ ਜੇ ਆਪਾਂ ਕੰਮ ਕਰੀਏ, ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ, ਆਪਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ। Another question you can raise with the PMO ਕਿ ਵੀ ਜਿਹੜੇ ਉੱਥੇ ਸਟਾਫ ਹੈ ਇਸ ਸਮੇਂ ਉਹ ਹਾਲੇ ਵੀ ਜਿਹੜੇ ਇਮੀਗ੍ਰੇਸ਼ਨ ਦੇ ਵੀਜ਼ੇ ਪ੍ਰੋਸੈਸ ਕਰਨ ਦੇ ਵਿੱਚ ਲੱਗੇ ਹੋਏ ਨੇ, ਸਟੂਡੈਂਟਸ ਵੀਜ਼ੇ ਪ੍ਰੋਸੈਸ ਕਰਨ ਦੇ ਵਿੱਚ ਲੱਗੇ ਹੋਏ ਨੇ, why don't they stop them working on that and give priority who are stranded there instead of processing the study visas for the students? ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਇਸ ਵਕਤ ਜਿਹੜੇ ਬੰਦੇ ਫਸੇ ਨੇ, ਤੇ ਜਿਹੜੇ ਕੈਨੇਡੀਅਨਸ ਨੇ, ਜਿਨ੍ਹਾਂ ਦੀ ਇੱਥੇ ਰਿਹਾਇਸ਼ ਹੈ ਕੈਨੇਡਾ ਦੇ ਵਿੱਚ, ਜਿਨ੍ਹਾਂ ਦੀ ਇੱਥੇ ਸਾਰੀ ਜ਼ਿੰਦਗੀ ਹੈ, ਜਿਨ੍ਹਾਂ ਦੀ ਇੱਥੇ ਸਾਰੀ ਸਹੂਲਤ ਹੈ, ਕਿ ਉਹਨੂੰ ਵਾਪਸ ਲੈ ਕੇ ਆਉਣਾ ਚਾਹੀਦਾ। ਇਹ ਬਹੁਤ ਹੀ ਕਲੀਅਰ ਹੈ ਕਿ ਇਹ ਪ੍ਰਾਇਓਰਟੀ ਹੋਣੀ ਚਾਹੀਦੀ ਹੈ, ਤੇ ਸਾਡੇ ਸਾਰੇ ਰਿਸੋਰਸਿਸ ਉਸ ਗੱਲ ਦੇ ਵਿੱਚ ਹੋਣੀ ਚਾਹੀਦੀ ਹੈ, ਨਾ ਕਿ ਹੋਰ ਕੋਈ ਕੰਮ ਤੇ ਫੋਕਸ ਹੋਣੀ ਚਾਹੀਦੀ ਹੈ ਉਹਨੂੰ ਰਿਟਰਨ ਕਰਨਾ।
ਤੇ ਹੁਣ ਤੱਕ ਮੈਨੂੰ ਲੱਗਦਾ ਨਹੀਂ ਹੈਗਾ ਕਿ ਗਵਰਨਮੈਂਟ ਲਿਬਰਲ ਸਰਕਾਰ ਨੇ ਇਸ ਗੱਲ ਨੂੰ ਸੀਰੀਅਸਲੀ ਲਈ ਹੈ ਤੇ ਆਪਾਂ ਇਸ ਕਰਕੇ ਪ੍ਰੈਸ਼ਰ ਪਾਉਂਦੇ ਰਵਾਂਗੇ। ਆਲਰਾਈਟ, ਜਗਮੀਤ ਸਿੰਘ ਜੀ, ਥੈਂਕ ਯੂ ਸੋ ਮਚ। ਮੈਂ ਤੁਹਾਡੇ 9 ਮਿੰਟ ਐਕਸਟਰਾ ਲੈ ਗਿਆ ਮਿਥੇ ਟਾਈਮ ਤੋਂ, ਬਟ ਥੈਂਕ ਯੂ ਸੋ ਮਚ ਫॉर ਵਿਦ ਮੀ, ਐਂਡ ਧੰਨਵਾਦ ਤੁਹਾਡਾ। ਔਰ ਆਈ ਹੋਪ ਯੂ ਵਿਲ ਕੀਪ ਔਨ ਰੇਜ਼ਿੰਗ ਦ ਕੰਸਰਨਸ ਆਫ ਕੈਨੇਡੀਅਨਸ। ਜੀ, we will do our best. Thank you so much ਜੀ। Thank you।